ਵਾਹਿਗੁਰੂ ਸਾਹਿਬ ਜੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਕੋ, ਤੂੰ ਠਾਕੁਰ ਊਚ ਭਗਵਾਨਾ। जो हमरी बिद होती मेरे सतगुरा, साबिद तुम हर जानो आपे। हम रुलते फिरते कोई बात ना पूछता, गुर सतगुर संग कीरे हम थापे। धन धन गुरु नानक जन केरा, जित मिले चूके सब सोग संतापे। सूरा सो पहचानिए जो नरै दीन के हेत, पुरजा पुरजा कट मरै कबहू न छाड़ै खेत। श्री नानक अंगद कर माना, अमरदास अंगद पहचाना। अमरदास रामदास कहायो, साधन लखा मूड न पायो। भिन्न भिन्न सब हूँ कर जाना, एक रूप किन्हू पहचाना। रामदास हर सो मिल गए, गुरता देत अर्जन पहे। जब अर्जन परलोक सिधाए, हर गोबिंद ते थां ठहराए। हर गोबिंद परलोक सिधारे, हरि राय तिन थां बैठारे। हरि कृष्ण तिन के सुतवे, तिन ते तेग बहादुर भये। तिलक जंजू राखा प्रभ तांका, कीनो बड़ो कलू मैं सका। साधन हेत इति दिन करी, शीस दिया पर सीना उतरी। धर्म हेत साका दिन किया, शीश दिया पर सिर न दिया। तेग बहादुर के चलता, भयो जगत में शोक। है सब जग पयो, जय 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 सुरलोक। जुगो जुग अटल चवर छत्र तख्त दे मालक, रूहानियत दे मुजस्मे, लोक अते परलोक दे रखियक, सर्ब सांझी वालता दे प्रतीक, दुनिया दे रहबर, पीराने पीर, समर्थ पिता सतगुरु गुरु ग्रंथ साहब महाराज जी दी पावन पवित्र
ਨਿੱਗੀ ਗੋਦ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਦੀ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਸਾਰੇ ਅਦਬ ਸਹਿਤ ਸਤਿਗੁਰੂ ਜੀ ਨੂੰ ਝੁਕਾਓ ਸੀਸ, ਬੋਲਣ ਦੀ ਦਿਓ ਅਸੀਸ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਪਿਆਰ ਨਾਲ ਆਪ ਜੀ ਮੇਰੇ ਛੋਟੇ ਵੀਰ ਭਾਈ ਅਮਨਦੀਪ ਸਿੰਘ ਪਵਨਦੀਪ ਸਿੰਘ ਜੀ ਪਾਸੋਂ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ ਔਰ ਲਗਭਗ ਸਵੇਰ ਤੋਂ ਲੈ ਕੇ ਆਪ ਜੀ ਨੇ ਹੁਣ ਤੱਕ ਬੜੇ ਵਿਦਵਾਨਾਂ ਦੇ ਕੋਲੋਂ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਜੀਵਨ ਸਰਵਣ ਕੀਤਾ ਹੈ। ਸਤਿਗੁਰੂ ਰਹਿਮਤ ਕਰੇ ਇਸ ਨਤੀਜ ਤੇ ਵੀ ਆਪਣਾ ਮਿਹਰ ਭਰਿਆ ਹੱਥ ਰੱਖੇ ਤੇ ਆਪ ਜੀ ਦੇ ਸਾਹਮਣੇ ਮੈਂ ਵੀ ਗੁਰੂ ਸਾਹਿਬ ਦੇ ਇਤਿਹਾਸ ਵਿੱਚੋਂ ਕੁਝ ਸਤਿਗੁਰੂ ਜੀ ਦੇ ਪਾਵਨ ਜੀਵਨ ਦੀ ਆਪ ਜੀ ਦੇ ਨਾਲ ਸਾਂਝ ਪਾ ਸਕਾਂ। ਸਤਿਗੁਰੂ ਦੀ ਬਖਸ਼ਿਸ਼ ਕਰਨ। ਆਓ ਪਿਆਰ ਨਾਲ ਜੁੜੀਏ ਇਤਿਹਾਸ ਦੇ ਨਾਲ। ਮੈਂ ਦੋਵੇਂ ਪੱਖ ਤੁਹਾਡੇ ਸਾਹਮਣੇ ਰੱਖਣੇ ਨੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਸ਼ਹੀਦੀ ਕਿਉਂ ਹੋਈ, ਉਹਦੇ ਕੀ ਕਾਰਨ ਸਨ, ਔਰੰਗਜ਼ੇਬ ਦਾ ਪਰਿਵਾਰ ਕਿੱਥੋਂ ਚੱਲਿਆ, ਇਹ ਕਿੰਨਾ ਕੁ ਕੱਟੜਪੰਥੀ ਸੀ। ਆਓ ਪਹਿਲਾਂ ਆਪਾਂ ਇਸ ਬਾਰੇ ਵਿਚਾਰ ਕਰੀਏ ਵੀ ਇਹ ਔਰੰਗਜ਼ੇਬ ਕਿਵੇਂ ਦਾ ਬਾਦਸ਼ਾਹ ਸੀ। ਸ਼ਾਹਜਹਾਨ ਬਾਦਸ਼ਾਹ ਦੇ 4 ਪੁੱਤਰ ਨੇ। ਇੱਕ ਦਾ ਨਾਂ ਹੈ ਦਾਰਾ ਸ਼ਿਕੋ, ਇੱਕ ਦਾ ਨਾਂ ਹੈ ਸੁਜਾ, ਇੱਕ ਦਾ ਨਾਂ ਹੈ ਮੁਰਾਦ, ਇੱਕ ਦਾ ਨਾਂ ਹੈ ਔਰੰਗਜ਼ੇਬ। ਇਹ 4 ਪੁੱਤਰ ਨੇ ਬਾਦਸ਼ਾਹ ਸ਼ਾਹਜਹਾਨ ਦੇ। 2 ਦੀਆਂ ਧੀਆਂ ਨੇ, ਇੱਕ ਦਾ ਨਾਂ ਹੈ ਜਹਾਨ ਆਰਾ, ਇੱਕ ਦਾ ਨਾਂ ਹੈ ਆਰਾ ਰੋਸ਼ਨ। ਇਸ ਸ਼ਾਹਜਹਾਨ ਬਾਦਸ਼ਾਹ ਦੇ ਘਰ ਮਾਨੋ 6 ਬੱਚੇ ਨੇ। ਅਚਾਨਕ ਸ਼ਾਹਜਹਾਨ ਬਾਦਸ਼ਾਹ ਬਿਮਾਰ ਪੈ ਗਿਆ। ਬਾਦਸ਼ਾਹ ਦੇ ਬਿਮਾਰ ਪੈ ਜਾਣ ਕਾਰਨ ਇਹਦੇ ਪੁੱਤਰ ਜਿਹੜੇ ਨੇ ਉਹ ਉਸ ਵੇਲੇ ਇਹਨਾਂ ਪ੍ਰਾਂਤਾਂ ਦੇ ਵਿੱਚ ਗਵਰਨਰ ਸਨ। ਸੁਜਾ ਜਿਹੜਾ ਉਹ ਬੰਗਾਲ ਦਾ ਗਵਰਨਰ ਸੀ ਤੇ ਦਾਰਾ ਸ਼ਿਕੋ ਆਪਣੇ ਪਿਤਾ ਦੇ ਕੋਲ ਦਿੱਲੀ ਰਹਿੰਦਾ ਸੀ। ਮੁਰਾਦ ਜਿਹੜਾ ਉਹ ਗੁਜਰਾਤ ਦਾ ਗਵਰਨਰ ਸੀ। ਧਿਆਨ ਨਾਲ ਬੇਨਤੀਆਂ ਸੁਣਿਆ ਜੇ, ਮੇਰੀਆਂ ਭੈਣਾਂ ਆਪਸ ਵਿੱਚ ਗੱਲਾਂ ਕਰਦੀਆਂ ਨੇ। ਮੈਂ ਬੜੀ ਕੋਸ਼ਿਸ਼ ਦੇ ਨਾਲ ਇਹ ਤੁਹਾਡੇ ਸਾਹਮਣੇ ਇਤਿਹਾਸ ਰੱਖ ਰਿਹਾ ਤਾਂ ਕਿ ਇੱਕ ਇੱਕ ਗੱਲ ਪਕੜ ਵਿੱਚ ਆਵੇ। ਮੁਰਾਦ ਗੁਜਰਾਤ ਦਾ ਗਵਰਨਰ ਹੈ ਔਰ ਔਰੰਗਜ਼ੇਬ ਦੱਖਣ ਦੇ ਵਿੱਚ। ਅਚਾਨਕ ਔਰੰਗਜ਼ੇਬ ਨੂੰ ਖਬਰ ਮਿਲਦੀ ਏ, ਉਹਦੀ ਭੈਣ ਜਾ ਕੇ ਦੱਸਦੀ ਏ ਵੀ ਪਿਤਾ ਜੀ ਦੀ ਹਾਲਤ ਕੁਝ ਬਹੁਤੀ ਠੀਕ ਨਹੀਂ। ਪਿਤਾ ਜੀ ਇਸ ਵੇਲੇ ਇੰਨੇ ਬਿਮਾਰ ਨੇ ਵੀ ਉਹਨਾਂ ਨੇ ਸਾਰੇ ਰਾਜ ਭਾਗ ਦੀ ਵਾਗਡੋਰ ਜਿਹੜੀ ਹੈ ਨਾ ਉਹ ਦਾਰਾ ਸ਼ਿਕੋ ਦੇ ਹੱਥ ਵਿੱਚ ਦੇ ਦਿੱਤੀ ਤੇ ਲੱਗਦਾ ਹੁਣ ਪਿਤਾ ਜੀ ਬਹੁਤੇ ਦਿਨ ਜੀਵਤ ਨਹੀਂ ਰਹਿਣਗੇ। ਪਿਤਾ ਜੀ ਦੇ ਮਰਨ ਤੋਂ ਬਾਅਦ ਇਹ ਗੱਲ ਬਿਲਕੁਲ ਪੱਕੀ ਹੈ ਕਿ ਦਾਰਾ ਸ਼ਿਕੋ ਜਿਹੜਾ ਉਹ ਰਾਜ ਭਾਗ ਦਾ ਮਾਲਕ ਬਣੇਗਾ। ਔਰੰਗਜ਼ੇਬ ਦੇ ਕੋਲ ਜਿਵੇਂ ਹੀ ਇਹ ਖਬਰ ਪਹੁੰਚੀ ਹੈ ਨਾ, ਉਹਨੇ ਉਸੇ ਵੇਲੇ ਆਪਣੇ ਮਨ ਦੇ ਵਿੱਚ ਧਾਰ ਲਿਆ ਵੀ ਮੈਂ ਇਸ ਕਾਫਰ ਨੂੰ ਰਾਜ ਨਹੀਂ ਕਰਨ ਦੇਣਾ। ਇੰਨੀ ਖਾਰ ਖਾਂਦਾ ਸੀ ਆਪਣੇ ਭਰਾ ਦੇ ਨਾਲ, ਇੰਨੀ ਈਰਖਾ ਕਰਦਾ ਸੀ ਦਾਰਾ ਸ਼ਿਕੋ ਦੇ ਨਾਲ, ਉਹਨੂੰ ਕਾਫਰ ਕਹਿੰਦਾ। ਤੁਹਾਨੂੰ ਯਾਦ ਹੋਵੇਗਾ ਦਾਰਾ ਸ਼ਿਕੋ ਨੂੰ ਇਹਨੇ ਸ਼ੇਰ ਦੀ ਮੁੱਛ ਦਾ ਵਾਲ ਦੇ ਕੇ ਮਾਰਨਾ ਚਾਹਿਆ ਸੀ ਤੇ ਜਿਹਨੂੰ ਜ਼ਿੰਦਗੀ ਮਿਲੀ ਸੀ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਦੇ ਦਵਾਖਾਨੇ ਦੇ ਵਿੱਚੋਂ, ਉਸ ਸਫਾਖਾਨੇ ਦੇ ਵਿੱਚੋਂ ਉਹ ਦਵਾਈ ਮਿਲੀ ਜਿਹਦੇ ਨਾਲ ਦਾਰਾ ਸ਼ਿਕੋ ਦੀ ਜਾਨ ਬਚੀ ਸੀ। ਉਹ ਲੋਕ ਜਿਹੜੇ ਸਤਿਗੁਰੂ ਜੀ ਦੇ ਸਫਾਖਾਨੇ ਚੋਂ ਆਏ ਤੇ ਉਹਨਾਂ ਦੇ ਨਾਲ ਦਾਰਾ ਸ਼ਿਕੋ ਦੇ ਅੰਦਰ ਜਿਹੜਾ ਸ਼ੇਰ ਦੀ ਮੁੱਛ ਦਾ ਵਾਲ ਸੀ ਉਹਨੂੰ ਗਾਲ ਕੇ ਰੱਖ ਦਿੱਤਾ। ਉਹ ਕੀਮਤੀ ਦਵਾਈਆਂ ਕੀਰਤਪੁਰ ਸਾਹਿਬ ਤੋਂ ਮਿਲੀਆਂ ਸਨ ਤੇ ਇਹ ਔਰੰਗਜ਼ੇਬ ਜਿਹੜਾ ਆਪਣੀ ਭਾਸ਼ਾ ਦੇ ਵਿੱਚ ਉਹਨੂੰ ਕਾਫਰ ਕਹਿੰਦਾ। ਇਹਨੇ ਆਪਣੇ ਭਰਾ ਮੁਰਾਦ ਨੂੰ ਕੋਲ ਸੱਦਿਆ, ਸੱਦ ਕੇ ਕਹਿੰਦਾ ਭਰਾਵਾ ਵੇਖ, ਦਾਰਾ ਸ਼ਿਕੋ ਇਸ ਵੇਲੇ ਰਾਜ ਭਾਗ ਸੰਭਾਲ ਰਿਹਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਉਹ ਇਸ ਦਿੱਲੀ ਦੇ ਤਖਤ ਤੇ ਬਹੇਗਾ ਤੇ ਆਪਾਂ ਸਾਰੇ ਭਰਾ ਐਵੇਂ ਦੀ ਐਵੇਂ ਹੀ ਰਹਿ ਜਾਵਾਂਗੇ। ਕਿੰਨਾ ਚੰਗਾ ਹੋਵੇ ਜੇ ਤੂੰ ਮੇਰਾ ਸਾਥ ਦੇਵੇਂ। ਆਪਣੇ ਆਪ ਨੂੰ ਕਹਿੰਦਾ ਮੈਂ ਔਰੰਗਜ਼ੇਬ ਫਕੀਰ, ਮੈਨੂੰ ਤੇ ਕਿਸੇ ਚੀਜ਼ ਦੀ ਲੋੜ ਹੀ ਨਹੀਂ। ਵੇਖੋ ਜੇ ਜਰਾ ਇਹਦੀ ਨੀਤੀ, ਮੈਂ ਔਰੰਗਜ਼ੇਬ ਫਕੀਰ ਤੇ ਮੈਂ ਆਪਣੇ ਭਰਾ ਮੁਰਾਦ ਨੂੰ
ਦਿੱਲੀ ਦੇ ਤਖਤ ਦਾ ਮਾਲਕ ਬਣਾ ਕੇ ਮੇਰਾ ਕੀ ਏ, ਮੈਂ ਪਹਾੜਾਂ ਨੂੰ ਚਲਾ ਜਾਵਾਂਗਾ, ਜੰਗਲਾਂ ਵਿੱਚ ਚਲਾ ਜਾਵਾਂਗਾ, ਮੱਕੇ ਮਦੀਨੇ ਨੂੰ ਨਿਕਲ ਜਾਵਾਂਗਾ, ਮੈਨੂੰ ਕਿਸੇ ਚੀਜ਼ ਨਾਲ ਮੋਹ ਨਹੀਂ। ਮੈਂ ਚਾਹੁੰਦਾ ਵੀ ਮੇਰਾ ਭਰਾ ਜਿਹੜਾ ਹੈ ਨਾ ਮੁਰਾਦ, ਇਹ ਦਿੱਲੀ ਦੇ ਤਖਤ ਤੇ ਬਵੇ, ਆਪਾਂ ਮਿਲ ਕੇ ਹਮਲਾ ਕਰੀਏ। ਹੁਣ ਮੁਰਾਦ ਨੇ ਤੇ ਔਰੰਗਜ਼ੇਬ ਨੇ ਦੋਵਾਂ ਨੇ ਮਿਲ ਕੇ ਮਤਾ ਪਕਾਇਆ। ਇਹਨਾਂ ਨੇ ਫੌਜਾਂ ਚੜਾ ਦਿੱਤੀਆਂ ਨੇ ਦੱਖਣ ਵਾਲੇ ਪਾਸਿਓਂ, ਆਗਰੇ ਦੀ ਧਰਤੀ ਤੋਂ। ਇਹ ਹੁਣ ਵਧੇ ਨੇ ਦਾਰਾ ਸ਼ਕੋਹ ਦੇ ਨਾਲ ਟੱਕਰ ਲੈਣ ਵਾਸਤੇ। ਇਧਰੋਂ ਦਾਰਾ ਸ਼ਕੋਹ ਦੇ ਕੋਲ ਵੀ ਖਬਰਾਂ ਪਹੁੰਚ ਗਈਆਂ ਨੇ। ਇਧਰਲੇ ਪਾਸਿਓਂ ਜਦੋਂ ਸੁਝਾਅ ਨੂੰ ਪਤਾ ਲੱਗਾ ਬੰਗਾਲ ਦੀ ਧਰਤੀ ਤੇ ਵੀ ਮੇਰੇ ਦੋਵੇਂ ਭਰਾ ਦਾਰਾ ਸ਼ਕੋਹ ਦੇ ਨਾਲ ਟੱਕਰ ਲੈਣ ਵਾਸਤੇ ਜਾ ਰਹੇ ਨੇ, ਇਹਨਾਂ ਨੇ ਉਹਨੂੰ ਮਾਰ ਕੇ ਤੇ ਦਿੱਲੀ ਦੇ ਤਖਤ ਤੇ ਬਹਿ ਜਾਣਾ। ਉਧਰੋਂ ਬੰਗਾਲ ਤੋਂ ਸੁਝਾਅ ਆਪਣੀਆਂ ਫੌਜਾਂ ਲੈ ਕੇ ਚੜਿਆ। ਇਧਰ ਹੁਣ ਦਾਰਾ ਸ਼ਕੋਹ ਜਿਹੜਾ, ਉਹਨੇ ਆਪਣੇ ਪੁੱਤਰ ਸੁਲੇਮਾਨ ਨੂੰ ਆਖਿਆ ਵੀ ਤੂੰ ਸੁਝਾਅ ਦੇ ਟਾਕਰੇ ਤੇ ਜਾ, ਉਹਨੂੰ ਬੰਗਾਲ ਵਾਲੇ ਪਾਸੇ ਆਉਂਦੇ ਨੂੰ ਰੋਕ, ਆਪਣੀਆਂ ਫੌਜਾਂ ਲੈ ਕੇ ਜਾ ਤੇ ਮੈਂ ਇਹਨਾਂ ਦੋਵਾਂ ਦਾ ਟਾਕਰਾ ਕਰਾਂਗਾ। ਦਾਰਾ ਸ਼ਕੋਹ ਔਰੰਗਜ਼ੇਬ ਦਾ ਤੇ ਮੁਰਾਦ ਦਾ ਟਾਕਰਾ ਕਰਦਾ। ਉੱਥੇ ਦਾਰਾ ਸ਼ਕੋਹ ਦੀ ਬਹੁਤ ਵੱਡੀ ਹਾਰ ਹੁੰਦੀ, ਹਾਰ ਖਾ ਕੇ ਭੱਜਦਾ, ਸਿੰਧ ਨੂੰ ਚਲਾ ਜਾਂਦਾ। ਸਮਾਂ ਪਾ ਕੇ ਇਹ ਬਦਨਸੀਬ ਫੜਿਆ ਜਾਂਦਾ। ਇਹਨੂੰ ਫਿਰ ਉੱਥੋਂ ਫੜ ਕੇ ਲਿਆਂਦਾ ਜਾਂਦਾ ਦਿੱਲੀ ਦੀ ਧਰਤੀ ਤੇ। ਫਟੇ ਪੁਰਾਣੇ ਕੱਪੜੇ ਦੇ ਗਲ ਵਿੱਚ ਪਾ ਕੇ ਹਾਥੀ ਤੇ ਬਹਾ ਕੇ ਔਰੰਗਜ਼ੇਬ ਨੇ ਦਿੱਲੀ ਦੇ ਬਾਜ਼ਾਰਾਂ ਵਿੱਚ ਜਲੂਸ ਕੱਢਿਆ, ਤਾਂ ਕਿ ਕੱਲ ਨੂੰ ਕੋਈ ਔਰੰਗਜ਼ੇਬ ਸਰਕਾਰ ਦਾ ਬਾਗੀ ਨਾ ਹੋ ਸਕੇ, ਕੋਈ ਅੱਗੇ ਤੋਂ ਇਸ ਤਰ੍ਹਾਂ ਬਾਦਸ਼ਾਹ ਦੇ ਨਾਲ ਮੱਥਾ ਲਾਉਣ ਵਾਸਤੇ ਤਿਆਰ ਨਾ ਹੋਵੇ। ਇਸ ਕਰਕੇ ਜਲੂਸ ਕੱਢਿਆ ਗਿਆ। ਆਖਰਕਾਰ ਕੁਝ ਦਿਨ ਜੇਲ੍ਹ 'ਚ ਰੱਖਣ ਤੋਂ ਬਾਅਦ ਈਦ ਵਾਲੇ ਦਿਨ, ਧਿਆਨ ਦਿਆ ਜੇ, ਆਉਂਦਿਆਂ ਸਾਰੀ ਇਹਨੇ ਜਿਵੇਂ ਇਹਦੀਆਂ ਫੌਜਾਂ ਨੂੰ ਹਰਾਇਆ ਸੀ, ਆਪਣੇ ਪਿਓ ਨੂੰ ਵੀ ਕੈਦ ਵਿੱਚ ਪਾ ਦਿੱਤਾ, ਸ਼ਾਹਜਹਾਨ ਨੂੰ। ਈਦ ਵਾਲੇ ਦਿਨ ਆਪਣੇ ਭਰਾ ਦਾ ਸੀਸ ਵੱਢ ਕੇ ਦਾਰਾ ਸ਼ਕੋਹ ਦਾ, ਤੇ ਇਹਨੇ ਤੋਹਫੇ ਵਜੋਂ ਆਪਣੇ ਪਿਤਾ ਨੂੰ ਭੇਟਾ ਕੀਤਾ ਸੀ। ਈਦ ਦੇ ਮੌਕੇ ਤੇ ਮੁਸਲਮਾਨ ਇੱਕ ਦੂਜੇ ਨੂੰ ਮਠਿਆਈਆਂ ਦਿੰਦੇ ਨੇ ਤੇ ਗਲੇ ਲੱਗਦੇ ਨੇ। ਇਹਨੇ ਈਦ ਵਾਲੇ ਦਿਨ ਆਪਣੇ ਭਰਾ ਦਾ ਸਿਰ ਵੱਢ ਕੇ ਥਾਲ ਦੇ ਵਿੱਚ ਰੱਖ ਕੇ ਤੇ ਆਪਣੇ ਪਿਤਾ ਨੂੰ ਤੋਹਫਾ ਭੇਟ ਕੀਤਾ ਸੀ। ਦੂਜੇ ਪਾਸੇ ਬੇਨਤੀ ਕਰ ਰਿਹਾ ਸਾਂ ਵੀ ਇਧਰੋਂ ਸੁਝਾਅ ਚੜਿਆ ਹੋਇਆ ਤੇ ਸੁਲੇਮਾਨ ਉਹਦੇ ਟਾਕਰੇ ਤੇ। ਸੁਲੇਮਾਨ ਨੇ ਸੁਝਾਅ ਨੂੰ ਹਰਾ ਦਿੱਤਾ ਏ ਯੁੱਧ ਦੇ ਵਿੱਚ। ਉਹ ਕੁਝ ਦੇਰ ਵਾਸਤੇ ਪਿੱਛੇ ਹਟ ਗਿਆ। ਸਮਾਂ ਪਾ ਕੇ 1 ਸਾਲ ਬਾਅਦ ਉਹ ਫਿਰ ਚੜਿਆ ਤੇ ਔਰੰਗਜ਼ੇਬ ਤੋਂ ਹਾਰ ਖਾ ਗਿਆ। ਐਸੀ ਹਾਰ ਖਾਧੀ, ਉਸ ਹਾਰ ਦਾ ਮਾਰਿਆ ਹੋਇਆ ਵਿਚਾਰਾ ਜਾਨੋਂ ਹੀ ਮਰ ਗਿਆ। ਮੁੜ ਕੇ ਉਹ ਲੜਾਈ ਕਰਨ ਵਾਸਤੇ ਸਿੱਧਾ ਨਾ ਹੋ ਸਕਿਆ। ਇਧਰ ਹੁਣ ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਨੂੰ ਵੀ ਧੋਖੇ ਦੇ ਨਾਲ ਆਪਣੇ ਕੋਲ ਬੁਲਾ ਕੇ ਜੇਲ੍ਹ ਦੇ ਵਿੱਚ ਸਟਵਾ ਦਿੱਤਾ ਤੇ ਸਮਾਂ ਆਉਣ ਤੇ ਇਹਨੂੰ ਵੀ ਅੰਦਰ ਖਾਨੇ ਕੋਈ ਚੀਜ਼ ਦੇ ਕੇ ਮਾਰ ਦਿੱਤਾ। ਇੱਕ ਭਰਾ ਦਾ ਸ਼ਰੇਆਮ ਕਤਲ ਕੀਤਾ ਏ, ਦੂਜੇ ਨੂੰ ਕੋਈ ਚੀਜ਼ ਦੇ ਕੇ ਮਾਰ ਦਿੱਤਾ ਏ, ਤੀਜਾ ਵਿਚਾਰਾ ਆਪਣੇ ਆਪ ਹੀ ਮਾਰਿਆ ਗਿਆ। ਹੁਣ ਔਰੰਗਜ਼ੇਬ ਦਾ ਰਾਹ ਜਿਹੜਾ ਉਹ ਸਾਫ਼ ਹੁੰਦਾ ਜਾਂਦਾ ਹੈ। ਇਹਨੇ ਆਪਣੀਆਂ ਭੈਣਾਂ ਦਾ ਕਤਲ ਕਰਵਾਇਆ, ਆਪਣੇ ਪਿਤਾ ਨੂੰ ਭੁੱਖਿਆਂ ਰੱਖ ਰੱਖ ਕੇ ਜੇਲ੍ਹ ਦੇ ਵਿੱਚ ਮਾਰਿਆ। ਤੁਸੀਂ ਕਈ ਵਾਰੀ ਵਿਦਵਾਨਾਂ ਕੋਲੋਂ ਸੁਣਿਆ ਬਈ ਔਰੰਗਜ਼ੇਬ ਦਾ ਪਿਤਾ ਇੱਕ ਚਿੱਠੀ ਲਿਖਦਾ, ਕਹਿੰਦਾ ਪੁੱਤਰ ਵੇਖ ਜਿਨ੍ਹਾਂ ਨੂੰ ਤੂੰ ਕਾਫਰ ਕਹਿੰਦਾ, ਕਹਿੰਦਾ ਉਹ ਸਾਲ ਬਾਅਦ ਆਪਣੇ ਮਰੇ ਹੋਏ ਪਿੱਤਰਾਂ ਨੂੰ ਪਾਣੀ ਦਿੰਦੇ ਨੇ ਤੇ ਤੇਰਾ ਪਿਓ ਜਿਉਂਦਾ ਇਸ ਜੇਲ੍ਹ ਦੇ ਵਿੱਚ ਸੜ ਰਿਹਾ। ਉਹ ਪੁੱਤਰ ਤੂੰ ਕਿਵੇਂ ਦਾ ਪੁੱਤਰ ਹੈ, ਤਰਸ ਕਰ ਮੇਰੇ ਤੇ, ਮੈਨੂੰ ਘੁੱਟ ਪਾਣੀ ਪੀਣ ਨੂੰ ਦੇ। ਤੇ ਔਰੰਗਜ਼ੇਬ ਅੱਗੋਂ ਜਵਾਬ ਵਿੱਚ ਲਿਖਦਾ ਵੀ ਤੇਰੇ ਕੋਲ ਬੜਾ ਸਮਾਂ ਚਿੱਠੀਆਂ ਲਿਖਣ ਦਾ, ਕਿਉਂਕਿ ਤੂੰ ਵਿਹਲਾ ਜੋ ਹੋਇਆ, ਮੇਰੇ ਕੋਲ ਇੰਨਾ ਸਮਾਂ ਨਹੀਂ ਵੀ ਮੈਂ ਤੇਰੀਆਂ ਚਿੱਠੀਆਂ ਪੜ੍ਹ ਸਕਾਂ। ਐਡਾ ਤਵੱਸਬ ਦਾ ਭਰਿਆ, ਐਡਾ ਜ਼ਾਲਮ ਬਾਦਸ਼ਾਹ ਦਿੱਲੀ ਦਾ ਬਾਦਸ਼ਾਹ ਬਣਿਆ। ਆਪਣੇ ਪਿਤਾ ਨੂੰ ਲਿਖਦਾ ਵੀ ਤੇਰੇ ਕੋਲ ਬੜਾ ਟਾਈਮ ਹੈ ਚਿੱਠੀਆਂ ਲਿਖਣ ਦਾ, ਮੇਰੇ ਕੋਲ ਪੜ੍ਹਨ ਦਾ ਟਾਈਮ ਨਹੀਂ। ਤੇ ਨਾਲੇ ਮੈਂ ਤੈਨੂੰ ਇੱਕ ਗੱਲ ਆਖਾਂ, ਆ ਜਿਹੜਾ ਪਾਣੀ ਤੂੰ ਸ਼ਾਹੀ ਬਣਾ ਕੇ ਕਾਗਜ਼ ਤੇ ਲਿਖਦਾ ਨਾ ਚਿੱਠੀਆਂ, ਇਹੀ ਪਾਣੀ ਦਾ ਸੂਪ ਪੀ ਕੇ ਆਪਣੀ ਪਿਆਸ ਬੁਝਾ ਲੈ, ਮੇਰੇ ਤੋਂ ਆਸ ਨਾ ਰੱਖੀ ਪਾਣੀ ਦੇ ਘੁੱਟ ਦੀ। ਇਵੇਂ ਦਾ ਬਾਦਸ਼ਾਹ ਦਿੱਲੀ ਦਾ ਬਾਦਸ਼ਾਹ ਇਸ ਵੇਲੇ। ਇਧਰਲੇ ਪਾਸੇ ਔਰੰਗਜ਼ੇਬ ਚਾਹੁੰਦਾ ਵੀ ਹੁਣ ਜਿਹੜੇ ਮੇਰੇ ਕੋਈ ਨਿੱਕੇ ਮੋਟੇ ਰਾਹ ਦੇ ਰੋੜੇ ਨੇ ਨਾ, ਉਹਨਾਂ ਨੂੰ ਵੀ ਹਟਾ ਦਿਆਂ, ਰਾਹ ਦੇ ਕੰਡੇ ਚੁਗਣੇ ਚਾਹੁੰਦਾ। ਦਾਰਾ ਸ਼ਕੋਹ ਦੇ 2 ਪੁੱਤਰ ਨੇ, ਇੱਕ ਸੁਲੇਮਾਨ ਤੇ ਇੱਕ ਛੋਟਾ ਹੋਰ ਏ, ਉਹਨਾਂ ਦੋਵਾਂ ਨੂੰ ਵੀ ਇਹਨੇ ਕਤਲ ਕਰਵਾ ਦਿੱਤਾ। ਸਾਰੇ ਪਰਿਵਾਰ ਨੂੰ ਮਾਰਨ ਤੋਂ ਬਾਅਦ
ਹੁਣ ਇਹ ਬਾਦਸ਼ਾਹ ਜਿਹੜਾ ਨਾ ਇਸਲਾਮੀ ਦੁਨੀਆ ਦੇ ਵਿੱਚ ਆਪਣੀ ਥਾਂ ਬਣਾਉਣੀ ਚਾਹੁੰਦਾ ਹੈ। ਇਸਲਾਮੀ ਦੁਨੀਆ ਦੇ ਵਿੱਚ ਇਹਦੀ ਬੜੀ ਬਦਨਾਮੀ ਹੋ ਰਹੀ ਹੈ। ਇਤਿਹਾਸ ਨੇ ਜ਼ਿਕਰ ਕੀਤਾ ਵੀ ਇਹ ਆਪਣੀ ਥਾਂ ਬਣਾਉਣੀ ਚਾਹੁੰਦਾ। ਇਹਨੇ ਕੁਝ ਖਿਲਤਾਂ, ਕੁਝ ਪੈਸਾ ਮਸਜਿਦਾਂ ਦੇ ਨਾਂ ਤੇ ਭੇਜਿਆ, ਮਸੀਤਾਂ ਦੇ ਨਾਂ ਤੇ, ਤਾਂ ਕਿ ਮੈਂ ਧਾਰਮਿਕ ਸਥਾਨਾਂ ਤੇ ਮਾਇਆ ਦੇ ਕੇ ਨਾ ਤੇ ਵਿਖਾ ਸਕਾਂ ਵੀ ਮੈਂ ਧਰਮ ਨੂੰ ਬੜਾ ਪਿਆਰ ਕਰਨ ਵਾਲਾ, ਮੁਸਲਮਾਨ ਭਰਾ ਮੇਰੇ ਤੇ ਯਕੀਨ ਕਰਨ। ਇਹਨੇ ਕੁਝ ਤੋਹਫੇ ਭੇਜੇ ਨੇ। ਉਹਨਾਂ ਦੇ ਵਿੱਚੋਂ ਇੱਕ ਤੋਹਫਾ ਕੁਝ ਸੁਗਾਤਾਂ ਲੈ ਕੇ ਮੱਕੇ ਦੀ ਧਰਤੀ ਤੇ ਦਾ ਹਕਾਰਾ ਗਿਆ। ਜਦੋਂ ਮੱਕੇ ਦੀ ਧਰਤੀ ਤੇ ਗਿਆ ਨਾ ਤੇ ਉੱਥੋਂ ਦਾ ਜਿਹੜਾ ਕਾਜੀ ਸੀ, ਉਹਨੇ ਜਦੋਂ ਸੁਣਿਆ ਵੀ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦਾ ਭੇਜਿਆ ਹੋਇਆ ਕੋਈ ਹਕਾਰਾ ਆਇਆ ਕੁਝ ਭੇਟਾਵਾਂ ਲੈ ਕੇ, ਉਹਨੇ ਆਖਿਆ ਲੈ ਜਾਓ। ਐਵੇਂ ਦੇ ਜ਼ੁਲਮੀ ਬਾਦਸ਼ਾਹ ਦੀਆਂ ਭੇਟਾਵਾਂ ਮੱਕੇ ਦੀ ਪਾਕ ਸਾਕ ਧਰਤੀ ਤੇ ਪ੍ਰਵਾਹ ਨਹੀਂ ਹੋ ਸਕਦੀਆਂ। ਜਾਓ ਉਹਨੂੰ ਕਹਿ ਦਿਓ ਵੀ ਇਹ ਭੇਟਾਵਾਂ ਸਾਨੂੰ ਨਹੀਂ ਚਾਹੀਦੀਆਂ। ਉਹ ਜ਼ੁਲਮੀ ਆਦਮੀ, ਬੇਈਮਾਨ ਆਦਮੀ ਹੈ, ਉਹਦੇ ਨਾਲ ਸਾਡਾ ਕੋਈ ਮਤਲਬ ਨਹੀਂ। ਉਥੋਂ ਭੇਟਾਵਾਂ ਜਦੋਂ ਵਾਪਸ ਆਈਆਂ ਨਾ, ਔਰੰਗਜ਼ੇਬ ਬੜਾ ਤੜਫਿਆ ਵੀ ਮੈਂ ਤੇ ਥਾਂ ਬਣਾਉਣੀ ਚਾਹੁੰਦਾ ਆਪਣੇ ਭਰਾਵਾਂ ਦੇ ਵਿੱਚ, ਤੇ ਇਹ ਮੈਨੂੰ ਜ਼ਾਲਮ ਕਹਿੰਦੇ ਨੇ, ਬੇਈਮਾਨ ਕਹਿੰਦੇ ਨੇ। ਹੁਣ ਇਹ ਲੱਗੇ ਹੋਏ ਜਿਹੜੇ ਦੱਬੇ ਧੱਬੇ ਨੇ, ਇਹਨਾਂ ਨੂੰ ਕਿਵੇਂ ਸਾਫ਼ ਕਰਾਂ? ਇਹ ਜਿਹੜੇ ਮੇਰੇ ਜੀਵਨ ਦੇ ਵਿੱਚ ਦਾਗ ਲੱਗੇ ਨੇ, ਇਹਨਾਂ ਨੂੰ ਸਾਫ਼ ਕਿਵੇਂ ਕਰਾਂ? ਉਦੋਂ ਫਿਰ ਔਰੰਗਜ਼ੇਬ ਨੇ ਆਪਣੇ ਆਪ ਨੂੰ ਪਾਕ ਸਾਕ ਕਰਨ ਵਾਸਤੇ, ਇਸਲਾਮੀ ਦੁਨੀਆ ਦੇ ਵਿੱਚ ਥਾਂ ਬਣਾਉਣ ਵਾਸਤੇ, ਫਿਰ ਇਹਨੇ ਦੱਸਣਾ ਚਾਹਿਆ ਵੀ ਮੈਂ ਇਸਲਾਮ ਦਾ ਸੱਚਾ ਪੈਰੋਕਾਰ ਹਾਂ। ਇਹਨੇ ਫਿਰ ਹਿੰਦੂਆਂ ਤੇ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ। ਬਨਾਰਸ ਦੇ ਵਿੱਚ ਇਹਨੇ ਜਾ ਕੇ ਮੰਦਿਰ ਢਵਾਇਆ, ਇਲਾਹਾਬਾਦ ਦੇ ਵਿੱਚ ਇਹਨੇ ਮੰਦਿਰ ਢਵਾਏ, ਕਈ ਧਾਰਮਿਕ ਸਥਾਨਾਂ ਨੂੰ ਇਹਨੇ ਢਾਉਣਾ ਸ਼ੁਰੂ ਕੀਤਾ। ਇਹ ਜਦੋਂ ਬਨਾਰਸ ਤੋਂ, ਇਲਾਹਾਬਾਦ ਤੋਂ, ਜਗਨਨਾਥਪੁਰੀ ਤੋਂ ਮੰਦਿਰਾਂ ਨੂੰ ਢਾਉਂਦਾ ਹੋਇਆ ਇਧਰ ਨੂੰ ਵੱਧਦਾ ਹੈ, ਤੇ ਨਾਲ ਨਾਲ ਆਪਣੀਆਂ ਮੀਟਿੰਗਾਂ ਕਰਦਾ ਵੀ ਕਿਸੇ ਤਰੀਕੇ ਨਾਲ ਇਹ ਸਨਾਤਨ ਧਰਮ ਨੂੰ ਆਪਾਂ ਦੁਨੀਆ ਤੋਂ ਖਤਮ ਕਰਨਾ ਹੈ, ਮੈਨੂੰ ਕੋਈ ਰਾਏ ਦਿਓ। ਉਸ ਵੇਲੇ ਦੇ ਪੈਰੋਕਾਰ ਬਹਿੰਦੇ ਨੇ, ਸਾਰਿਆਂ ਨੇ ਬਹਿ ਕੇ ਮੀਟਿੰਗ ਕੀਤੀ ਹੈ ਵੀ ਆਪਾਂ ਇੰਜ ਕਰੀਏ ਵੀ ਜੇ ਕਿਤੇ ਜੰਮੂ ਕਸ਼ਮੀਰ ਦੇ ਵਿੱਚ ਜਾ ਕੇ ਉਥੋਂ ਦੇ ਵਿਦਵਾਨ ਪੰਡਤਾਂ ਨੂੰ ਕਿਸੇ ਤਰੀਕੇ ਨਾਲ ਇਸਲਾਮ ਧਰਮ ਦੇ ਵਿੱਚ ਲੈ ਆਈਏ, ਤੇ ਬਾਕੀ ਦੇ ਹਿੰਦੂ ਜਿਹੜੇ ਨੇ ਉਹ ਆਪਣੇ ਆਪ ਹੀ ਡਰਦੇ ਹੋਏ ਮੁਸਲਮਾਨ ਬਣ ਜਾਣਗੇ। ਬੜਾ ਸੌਖਾ ਕੰਮ ਹੈ। ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਜਿਹੜੀ ਕਸ਼ਮੀਰ ਦੀ ਧਰਤੀ ਤੋਂ ਕਰੀਏ। ਉੱਥੇ ਫਿਰ ਇਹਨੇ ਸ਼ੇਰ ਅਫਗਾਨ ਖਾਨ ਦੀ ਡਿਊਟੀ ਲਾਈ ਏ ਵੀ ਤੂੰ ਕਸ਼ਮੀਰ ਦੀ ਧਰਤੀ ਤੇ ਜਾ ਕੇ ਜਿਵੇਂ ਹੋ ਸਕੇ, ਜੇ ਤੇ ਪੈਸੇ ਦੇ ਕੇ ਕੰਮ ਬਣੇ ਤਾਂ ਪੈਸੇ ਦੇ ਕੇ ਉਹਨਾਂ ਨੂੰ ਮੁਸਲਮਾਨ ਬਣਾ, ਜੇ ਪੈਸੇ ਲੈ ਕੇ ਨਹੀਂ ਬਣਦੇ ਤੇ ਡਰਾ ਕੇ ਬਣਾ, ਜੇ ਡਰ ਕੇ ਵੀ ਨਹੀਂ ਬਣਦੇ ਤੇ ਉਹਨਾਂ ਦੇ ਧਾਰਮਿਕ ਮੰਦਿਰਾਂ ਦੇ ਵਿੱਚੋਂ ਮੂਰਤੀਆਂ ਕੱਢ ਕੱਢ ਕੇ ਸੜਕਾਂ ਤੇ ਸੁੱਟ, ਆਖਰਕਾਰ ਡਰੇ ਹੋਏ ਆਪਣੇ ਆਪ ਇਸਲਾਮ ਧਰਮ ਦੇ ਵਿੱਚ ਪ੍ਰਵਿਰਤ ਹੋ ਜਾਣਗੇ। ਏਡੇ ਵੱਡੇ ਨੇ ਹੁਕਮ ਜਾਰੀ ਕਰ ਦਿੱਤੇ ਨੇ। ਕਸ਼ਮੀਰ ਦੀ ਧਰਤੀ ਤੇ ਬਹੁਤ ਅਤਿਆਚਾਰ ਹੋਣ ਲੱਗਾ। ਉੱਥੇ ਵਿਦਵਾਨ ਪੰਡਤਾਂ ਨੂੰ ਸੱਦਿਆ ਗਿਆ, ਸਭਾ ਬੁਲਾਈ ਗਈ। ਸ਼ੇਰ ਅਫਗਾਨ ਖਾਨ ਕਹਿਣ ਲੱਗਾ ਵੀ ਔਰੰਗਜ਼ੇਬ ਦੇ ਬੜੇ ਸਖਤ ਹੁਕਮ ਨੇ ਇਸ ਵੇਲੇ ਵੀ ਤੁਸੀਂ ਸਾਰੇ ਮੁਸਲਮਾਨ ਬਣ ਜਾਓ, ਜੋ ਤੁਸੀਂ ਕਹੋਗੇ, ਜਿੰਨੇ ਪੈਸੇ ਕਹੋ ਤੁਹਾਨੂੰ ਪੈਸੇ ਦਿੱਤੇ ਜਾਣਗੇ, ਜ਼ਮੀਨਾਂ ਜਾਇਦਾਦਾਂ ਦਿੱਤੀਆਂ ਜਾਣਗੀਆਂ, ਤੁਸੀਂ ਮੁਸਲਮਾਨ ਧਰਮ ਦੇ ਵਿੱਚ ਪ੍ਰਵਿਰਤ ਹੋ ਜਾਓ। ਬਾਦਸ਼ਾਹ ਚਾਹੁੰਦਾ ਏ ਵੀ ਪੂਰੀ ਦੁਨੀਆ ਤੇ ਹੈਦਰੀ ਝੰਡਾ ਝੁੱਲੇ। ਉਸ ਵੇਲੇ ਕਸ਼ਮੀਰ ਦੇ ਵਿਦਵਾਨ ਪੰਡਤਾਂ ਨੇ ਨਾ ਕੀਤੀ। ਨਾ ਕਰਨ ਤੋਂ ਬਾਅਦ ਉਹ ਤੁਰੇ ਨੇ। ਇਧਰੋਂ ਇਹਨੇ ਜ਼ੁਲਮ ਵਧਾ ਦਿੱਤਾ ਹੈ। ਉਹਨਾਂ ਨੇ ਉਸ ਵੇਲੇ ਚਾਹਿਆ ਵੀ ਆਪਾਂ ਜਾ ਕੇ ਇਸ ਵੇਲੇ ਤੇ ਸ਼ਿਵ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਅਮਰਨਾਥ ਦੀ ਗੁਫਾ ਦੇ ਵਿੱਚ ਉਸ ਮੰਦਿਰ ਤੇ ਜਾ ਕੇ ਆਪਾਂ ਸੁੱਖਣਾ ਸੁੱਖੀਏ ਤੇ ਸ਼ਿਵ ਜੀ ਭਗਵਾਨ ਨੂੰ ਆਖੀਏ ਇਸ ਵੇਲੇ ਸਾਡੀ ਮਦਦ ਕਰ। ਇੱਕ ਜਥਾ ਕਿਰਪਾ ਰਾਮ ਦੇ ਨਾਲ ਉਸ ਧਰਤੀ ਤੇ ਪਹੁੰਚਿਆ। ਜਾ ਕੇ ਇਹਨਾਂ ਨੇ ਮੰਦਿਰ ਦੇ ਵਿੱਚ ਆਰਤੀ ਕੀਤੀ ਏ। ਸ਼ਿਵ ਜੀ ਭਗਵਾਨ ਦੇ ਦਰ ਤੇ ਲਿਲਕੜੀਆਂ ਲਈਆਂ ਨੇ ਵੀ ਮਹਾਰਾਜ ਸਾਡੀ ਇਸ ਵੇਲੇ ਮਦਦ ਕਰੋ, ਪਰ ਅੱਗੋਂ ਕੋਈ ਆਵਾਜ਼ ਨਹੀਂ ਆਉਂਦੀ। ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਜਗ੍ਹਾ ਜਗ੍ਹਾ ਹਿੰਦੂ ਵੀਰ ਮੰਦਿਰਾਂ ਦੇ ਵਿੱਚ ਜਾ ਜਾ ਕੇ ਦੇਵੀ ਦੇਵਤਿਆਂ ਦੇ ਅੱਗੇ ਨੱਕ ਰਗੜ ਰਹੇ ਸਨ, ਕਿਵੇਂ ਵੀ ਹੋ ਸਕੇ ਇਸ ਵੇਲੇ ਸਾਡੀ ਮਦਦ ਕਰੋ, ਪਰ ਕਿਸੇ ਵੀ ਦੇਵੀ ਦੇਵਤੇ ਨੇ ਉਸ ਵੇਲੇ ਪੁਕਾਰ ਨਹੀਂ ਸੁਣੀ। ਇਧਰ ਅਮਰਨਾਥ ਗੁਫਾ ਦੇ ਵਿੱਚ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ ਵੀ ਜਦੋਂ ਰਾਤ ਨੂੰ ਇਹ ਸਾਰੇ ਪੰਡਤ ਸੁੱਤੇ ਤੇ ਕਿਰਪਾ ਰਾਮ ਨੂੰ ਸੁਪਨਾ ਆਇਆ। ਸੁਪਨੇ ਵਿੱਚ ਸ਼ਿਵ ਜੀ ਭਗਵਾਨ ਨੇ ਦਰਸ਼ਨ ਦਿੱਤੇ। ਉਹਨੇ ਆਖਿਆ ਵੀ ਜੇ ਤੂੰ ਧਰਮ ਬਚਾਉਣਾ ਚਾਹੁੰਦਾ ਨਾ
ਤੇ ਇਸ ਵੇਲੇ ਕਲਯੁਗ ਦੇ ਅਵਤਾਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦੀ ਗੱਦੀ ਦੇ 9ਵੇਂ ਵਾਰਿਸ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਚਲੇ ਜਾਓ, ਤੁਹਾਡਾ ਧਰਮ ਵੱਜ ਜਾਏਗਾ, ਵਰਨਾ ਹੋਰ ਕੋਈ ਨਹੀਂ ਬਚਾ ਸਕਦਾ। ਇਹ ਸੁਪਨਾ ਵੇਖਿਆ ਕਿਰਪਾ ਰਾਮ ਨੇ ਅਮਰਨਾਥ ਦੀ ਗੁਫਾ ਵਿੱਚ ਉਸ ਧਰਤੀ ਤੇ। ਉੱਥੋਂ ਸਵੇਰੇ ਉੱਠਦਿਆਂ ਹੀ ਇਹਨੇ ਆਪਣੇ ਨਾਲਦਿਆਂ ਨੂੰ ਦੱਸਿਆ ਵੀ ਮੈਨੂੰ ਆਹ ਸੁਪਨਾ ਆਇਆ ਰਾਤ ਨੂੰ। ਇਹ ਲੋਕ ਉੱਥੋਂ ਤੁਰੇ ਨੇ। ਤੁਸੀਂ ਇਹ ਵੀ ਜ਼ਿਕਰ ਸੁਣਦੇ ਹੋ ਵੀ ਅਮਰਨਾਥ ਦੀ ਗੁਫਾ ਵਿੱਚੋਂ ਆਵਾਜ਼ ਆਈ, ਪਰ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਬਕਾਇਦਾ ਜ਼ਿਕਰ ਕੀਤਾ ਹੈ ਵੀ ਉਸ ਵੇਲੇ ਕਿਰਪਾ ਰਾਮ ਨੂੰ ਸੁਪਨਾ ਆਇਆ ਸੀ। ਇਹ ਸਾਰੇ ਦੇ ਸਾਰੇ ਇਕੱਠੇ ਹੋ ਕੇ ਇੱਕ ਭਾਰੀ ਗਿਣਤੀ ਦੇ ਵਿੱਚ ਤੁਰਨ ਲੱਗੇ ਨੇ। ਉੱਥੇ ਗਿਆਨੀ ਸੋਹਣ ਸਿੰਘ ਸੀਤਲ ਜੀ ਲਿਖਦੇ ਨੇ ਵੀ ਇੰਨੇ ਜ਼ੁਲਮ ਹੋ ਰਹੇ ਸਨ, ਮੁਗਲਾਂ ਤੇਗਾਂ ਚੁੱਕੀਆਂ ਨਾਲੇ ਮੰਦਰ ਢਾਏ। ਆ ਹਾਲਤ ਬਣ ਗਈ ਸੀ, ਜਿਹੜੇ ਆਮ ਮੁਸਲਮਾਨ ਸਨ ਉਹ ਵੀ ਜ਼ੁਲਮ ਕਰਨ ਲੱਗ ਗਏ। ਮੁਗਲਾਂ ਤੇਗਾਂ ਚੁੱਕੀਆਂ ਨਾਲੇ ਮੰਦਰ ਢਾਏ, ਨਾਲੇ ਵਹਿ ਗਏ ਖੂਨ ਦੇ ਹਿੰਦੂ ਘਬਰਾਏ। ਸਤਾਏ ਹੋਏ ਘਬਰਾਏ ਹੋਏ ਤੜਫ ਰਹੇ ਸਨ ਆਪਣੇ ਅੰਦਰਾਂ ਦੇ ਵਿੱਚ। ਔਰੰਗਜ਼ੇਬੀ ਸ਼ਾਹੀ ਦੇ ਹਿੰਦ ਬੱਦਲ ਛਾਏ, ਸ਼ੇਰ ਖਾਨ ਅਫਗਾਨ ਦੇ ਨੇ ਆਹੂ ਲਾਏ। ਉਹਨੇ ਐਸੀ ਤਲਵਾਰ ਚਲਾਈ, ਕਸ਼ਮੀਰ ਦੇ ਵਿੱਚ ਪੰਡਤਾਂ ਨੂੰ ਦੁੱਖ ਦਿੱਤੇ। ਮੰਦਰਾਂ ਦੇ ਵਿੱਚੋਂ ਲਿਆ ਕੇ ਮੂਰਤੀਆਂ ਸੜਕਾਂ ਤੇ ਵਗਾ ਵਗਾ ਕੇ ਮਾਰੀਆਂ, ਬੇਪਤੀ ਕੀਤੀ ਗਈ। ਮੰਦਰਾਂ ਦੇ ਵਿੱਚ ਲਿਜਾ ਕੇ ਜਬਰਨ ਗਊ ਘਾਤ ਕੀਤਾ ਗਿਆ, ਗਾਵਾਂ ਵੱਢੀਆਂ ਗਈਆਂ। ਬਹੁਤ ਜ਼ੁਲਮ ਢਾਏ ਜਾ ਰਹੇ ਸਨ। ਫਿਰ ਲਿਖਦੇ ਨੇ ਅੱਗੇ ਗਿਆਨੀ ਜੀ ਵੀ ਮਿਲ ਕੇ ਪੰਡਤ ਕਸ਼ਮੀਰ ਦੇ ਫਿਰ ਆਨੰਦਪੁਰ ਆਏ, ਢਹਿ ਕੇ ਚਰਨੀ ਗੁਰਾਂ ਦੇ ਬਹੁਤੇ ਕੁਰਲਾਏ। ਰੋ ਰੋ ਕੇ ਪੁਕਾਰਾਂ ਕਰਦੇ ਨੇ। ਇੱਥੇ ਇੱਕ ਵਿਦਵਾਨ ਨੇ ਹੋਰ ਜ਼ਿਕਰ ਕੀਤਾ ਵੀ ਜਦੋਂ ਕਿਰਪਾ ਰਾਮ ਦੀ ਅਗਵਾਈ ਹੇਠ ਕਥਾ ਆਇਆ ਨਾ, ਤੇ ਗੁਰਦੇਵ ਪਾਤਸ਼ਾਹ ਮਹਾਰਾਜ ਗੁਰੂ ਤੇਗ ਬਹਾਦਰ ਪੁੱਛਦੇ ਨੇ, ਕਿਰਪਾ ਰਾਮ ਸਭ ਠੀਕ ਠਾਕ ਤੇ ਹੈ? ਜਿੱਥੋਂ ਤੋਂ ਆਇਆ ਤੇਰਾ ਨਗਰ ਤੇ ਠੀਕ ਹੈ? ਕਿਉਂਕਿ ਉਸ ਵੇਲੇ ਇਹ ਸਾਰੇ ਪਾਸੇ ਅਫਵਾਹਾਂ ਉੱਡ ਗਈਆਂ ਸਨ ਵੀ ਇਸ ਵੇਲੇ ਔਰੰਗਜ਼ੇਬ ਬੜੇ ਜ਼ੁਲਮ ਢਾ ਰਿਹਾ। ਸਤਿਗੁਰੂ ਜੀ ਪੁੱਛਦੇ ਨੇ ਵੀ ਤੇਰੇ ਇਲਾਕੇ ਦੇ ਵਿੱਚ ਸਭ ਠੀਕ ਠਾਕ? ਕੀ ਕਹਿੰਦਾ ਹੈ? ਕੁਸ਼ਲ ਬੁਝੀ ਜਬ ਸਤਿਗੁਰੂ, ਰੋਵਤ ਨੈਣ ਕਹੀ ਕਥ ਸਾਰੀ। हे प्रभु बूढ़त जनेवन, गौवन घात होत दुख भारी। सवा मन जनेऊ टूटत, एक दिन समझार। गलती भई जो प्रभु जी, सब दुखन जरै अपार। सतगुरु जी पता नहीं केड़ी भुल हो गई सनातन धर्म वालियां तो, बड़े दुख सहार रहे हैं महाराज। सवा मन जंजू एक दिहाड़ी दे विच लाए जांदे ने महाराज। मंदिरां दे विच शरेआम गावां वड्डियां जा रहीआं ने। सतगुरु जी ये सारा कुछ सुनते ने। फिर लिखदा विद्वान, हाथ जोर कहियो कृपा राम, दत्त ब्राह्मण मटन ग्राम। हाथ जोर इम अर्ज गुजारी, तुम कलयुग के कृष्ण मुरारी। हमरो बल अब रहियो ना काई, है गुरु तेग बहादुर राई। सतगुरु तेरी शरण में आया, बचा लै साडे वास्ते इस वेले कलयुग दे विच मानो तू ही कृष्ण बन के आया, कृष्ण दे रूप में साडी मदद कर। धन गुरु तेग बहादुर पातशाह महाराज इन्हां दे कोलों सारियां गल्लां सुनदे ने। रो रो के पंडित कुरला कुरला के कह रहे सन। उस वेले धन गुरु गोबिंद सिंह महाराज जिन्हां दी अवस्था 9 सालां दी है, अपने पिता दे कोल आए ने। गोद विच बह के पिता नूं पुछदे ने, पिता जी ये लोग कौन ने, क्यों रोंदे ने? ते सतगुरु जी कहंदे ने, इस वेले इन्हां दा धर्म बहुत खतरे दे विच। औरंगजेब ने कसम खाधी है, मैं सवा मन जंदू ला के ते फिर प्रशादा छकना। इत्थे मैं तुहाडा ध्यान दवा दियां, कदी समा सी 9 साल दी उम्र विच बापू ने आख्या सी मैं जनेऊ पाउणा नहीं। गुरु नानक देव पातशाह महाराज ने कहंदे तू पंडिता धक्के नाल जनेऊ पाउणा, मैनूं दस दे फायदे की ने। जदों उहदे तो व्याख्या ना सही ढंग ना कीती गई ते सतगुरां ने कहता मैं जनेऊ पाउणा नहीं। 9 साल दी उम्र विच गुरु नानक देव पातशाह महाराज ने जनेऊ पाउण तो मना कर दिता। 9 साल दी उम्र विच 10वें जामे विच गुरदेव पातशाह महाराज इस जनेऊ दे बदले अपने पिता दी कुर्बानी देने लई तैयार हो गए। अपने पिता नूं कह रहे ने, पिता जी ये लोग कौन ने, ये क्यों रोंदे ने?
उस वेले भी विद्वान ने लिखा है, 10वें पातशाह उपकार दे पुंज बोले। सतगुरु जी धन गुरु गोबिंद सिंह महाराज बोलते हैं, 10वें पातशाह उपकार दे पुंज बोले, तुसां बिना होर जहान ते राखा कोई नहीं मालक दी। इन्हां दी कोई बाह नहीं फड़ सकदा तुहाडे तो बिना। वली पीर धर्मात्मा आप जिहा दिसदा होर जहान विच कोई नहीं हो, जेड़ा लोकां दे बदले अपना खून डोले। होर परोपकारी इंसान कोई नहीं, तुसीं जावो इन्हां दे बदले। महाराज इन्हां दे धर्म नूं बचाउण दी खातर तुसीं अपना बलिदान दे दिओ। तुसीं इन्हां दे धर्म नूं बचाउण खातर दिल्ली जाके अपना शीश देवो। गुरु जी किरपा कर दिओ। ਇਹਦੇ ਤੋਂ ਵੱਡਾ ਹੋਰ ਪਰਉਪਕਾਰ ਦੁਨੀਆ ਤੇ ਕੋਈ ਨਹੀਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਪਣੇ ਪੁੱਤਰ ਬਾਲ ਗੋਬਿੰਦ ਰਾਏ ਵੱਲ ਵੇਖਦੇ ਨੇ, ਕਹਿੰਦੇ ਨੇ ਪੁੱਤਰ ਮੇਰੇ ਜਾਣ ਤੋਂ ਬਾਅਦ ਤੂੰ ਯਤੀਮ ਹੋ ਜਾਏਗਾ, ਤੈਨੂੰ ਪਤਾ ਇਸ ਗੱਲ ਦਾ? ਕਹਿੰਦੇ ਹਾਂ ਪਿਤਾ ਜੀ ਮੈਨੂੰ ਪਤਾ ਹੈ, ਪਰ ਜੇ ਮੇਰੇ ਯਤੀਮ ਹੋਇਆ ਆ ਲੱਖਾਂ ਜਾਂ ਕਰੋੜਾਂ ਬੱਚੇ ਹਿੰਦੂਆਂ ਦੇ ਉਹਨਾਂ ਦੇ ਪਿਤਾ ਸਿਰ ਤੇ ਜਿਉਂਦੇ ਰਹਿ ਜਾਣ ਤੇ ਪਿਤਾ ਜੀ ਮੈਨੂੰ ਇਹ ਵੀ ਗੱਲ ਪ੍ਰਵਾਨ ਹੈ, ਮੈਂ ਯਤੀਮ ਹੋਣਾ ਵੀ ਪ੍ਰਵਾਨ ਕਰ ਲਵਾਂਗਾ। ਕਿਰਪਾ ਕਰੋ ਮਹਾਰਾਜ ਇਹਨਾਂ ਦੇ ਪਿਤਾ ਜਿਉਂਦੇ ਰਹਿ ਜਾਣ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਆਪਣੇ ਪੁੱਤਰ ਦੀਆਂ ਇਹ ਗੱਲਾਂ ਸੁਣ ਕੇ ਅੰਦਰੋਂ ਅੰਦਰੀ ਤਿਆਰੀ ਕਰਦੇ ਨੇ। ਅੱਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਤੁਰਨ ਲੱਗੇ ਨੇ ਪਰਉਪਕਾਰ ਵਾਸਤੇ। ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਉਹਨਾਂ ਨੇ ਤਿਆਰੀ ਕਰ ਲਈ। ਜਦੋਂ ਸਤਿਗੁਰੂ ਜੀ ਤੁਰਨ ਲੱਗੇ ਨੇ ਨਾ ਤੇ ਉਸ ਵੇਲੇ ਪੰਡਤਾਂ ਨੂੰ ਨਾਲ ਹੀ ਕਹਿ ਦਿੱਤਾ, ਤੁਸੀਂ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਵੀ ਜੇ ਉਹ ਕੱਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਇਸਲਾਮੀ ਦੁਨੀਆ ਦੇ ਵਿੱਚ ਲੈ ਆਵੇ ਤੇ ਬਾਕੀ ਦੇ ਸਾਰੇ ਹਿੰਦੂ ਭਾਰਤ ਵਰਸ਼ ਦੇ ਆਪਣੇ ਆਪ ਹੀ ਮੁਸਲਮਾਨ ਬਣ ਜਾਣਗੇ, ਕੋਈ ਜ਼ੁਲਮ ਢਾਉਣ ਦੀ ਲੋੜ ਨਹੀਂ। ਇਹ ਗੱਲ ਕਹਿ ਕੇ ਸਤਿਗੁਰੂ ਜੀ ਨੇ ਇੱਕ ਪੱਤਰਕਾ ਲਿਖ ਕੇ ਦੇ ਦਿੱਤੀ ਪੰਡਤਾਂ ਨੂੰ। ਇਹ ਪੱਤਰਕਾ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚ ਗਈ ਹੈ। ਗੁਰਦੇਵ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਤਿਆਰ ਹੋਏ। ਅੱਜ ਖਬਰ ਦੂਰ ਦੁਰਾਡੇ ਤੱਕ ਪਹੁੰਚ ਗਈ ਹੈ। 1 2 4 10 ਦਿਨਾਂ ਵਾਸਤੇ ਨਹੀਂ ਜਾਣਾ। ਅੱਜ ਸਤਿਗੁਰੂ ਜੀ ਨੇ ਸਦਾ ਲਈ ਆਨੰਦਪੁਰ ਸਾਹਿਬ ਨੂੰ ਛੱਡ ਕੇ ਚਲੇ ਜਾਣਾ, ਮੁੜ ਕੇ ਇਸ ਧਰਤੀ ਤੇ ਵਾਪਸ ਨਹੀਂ ਆਉਣਾ। ਗੁਰਦੇਵ ਪਾਤਸ਼ਾਹ ਮਹਾਰਾਜ ਤਿਆਰੀ ਕਰਕੇ ਤੁਰਨ ਲੱਗੇ ਨੇ। ਸਿੱਖ ਜਗਤ ਦੂਰ ਦੁਰਾਡੇ ਤੋਂ ਚੱਲ ਕੇ ਆਇਆ ਹੈ। ਸੰਗਤਾਂ ਲਾਈਨਾਂ ਦੇ ਵਿੱਚ ਦੋਹਾਂ ਪਾਸੇ ਖਲੋਤੀਆਂ ਨੇ। ਸਤਿਗੁਰੂ ਜੀ ਤੁਰੇ ਜਾ ਰਹੇ ਨੇ ਸੰਗਤਾਂ ਦੇ ਵਿੱਚੋਂ। ਕਿਸੇ ਨੂੰ ਸਤਿਗੁਰੂ ਜੀ ਦ੍ਰਿਸ਼ਟੀ ਦੇ ਨਾਲ ਨਿਹਾਲ ਕਰਦੇ ਨੇ, ਕਿਸੇ ਦੇ ਸੀਸ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੰਦੇ ਨੇ। ਸੰਗਤਾਂ ਨੂੰ ਪਿਆਰ ਕਰਦੇ ਹੋਏ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ, ਜਿਨ੍ਹਾਂ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਿਖਿਆ, ਤੇਗ ਬਹਾਦਰ ਸਿਮਰਿਏ ਘਰ ਨੌ ਨਿਧ ਆਵੈ, ਧਾਏ ਸਭ ਥਾਈ ਹੋਏ ਸਹਾਏ। ਐਸੇ ਮਹਾਨ ਸਤਿਗੁਰੂ ਜਿਹੜੇ ਰਿੱਧੀਆਂ ਤੇ ਸਿੱਧੀਆਂ ਦੇ ਮਾਲਕ ਨੇ, ਜਿੱਥੇ ਪੈਰ ਰੱਖਦੇ ਨੇ ਰਿੱਧੀਆਂ ਤੇ ਸਿੱਧੀਆਂ ਉਹਨਾਂ ਦੇ ਪਿੱਛੇ ਪਿੱਛੇ ਤੁਰੀਆਂ ਆਉਂਦੀਆਂ ਨੇ। ਇੱਕ ਅਸਾਮ ਦੀ ਘਟਨਾ ਦੀ ਤੁਹਾਡੇ ਨਾਲ ਸਾਂਝ ਪਾ ਦਿਆਂ। ਦੁਖੀਆਂ ਦੀਆਂ ਪੁਕਾਰਾਂ ਸਤਿਗੁਰੂ ਜੀ ਕਿਵੇਂ ਸੁਣਦੇ ਰਹੇ ਨੇ ਆਪਣੇ ਜੀਵਨ ਦੇ ਵਿੱਚ। ਗੁਰਦੇਵ ਪਾਤਸ਼ਾਹ ਮਹਾਰਾਜ ਅਸਾਮ ਦੀ ਧਰਤੀ ਤੇ ਰਾਜੇ ਰਾਮ ਰਾਏ ਦੇ ਘਰ ਬੈਠੇ ਨੇ ਮੰਜੇ ਤੇ ਰਾਜਾ ਰਾਮ ਰਾਏ ਆਣ ਕੇ ਕੋਲ ਬਹਿ ਗਿਆ ਮੰਜੇ ਦੇ ਕੋਲ ਥੱਲੇ, ਤੇ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਨੇ। ਸਤਿਗੁਰੂ ਜੀ ਪੁੱਛਦੇ ਨੇ, ਰਾਮ ਰਾਏ ਰਾਜਨ ਕੀ ਗੱਲ ਹੈ, ਤੂੰ ਦੁਖੀ ਕਿਉਂ ਹੈ? ਕਹਿੰਦਾ ਸਤਿਗੁਰੂ ਦੁਖੀ ਇਸ ਕਰਕੇ ਆ ਵੀ ਘਰ ਦੇ ਵਿੱਚ ਨਾ ਬੁਢੇਪੇ ਵੇਲੇ ਕੋਈ ਡੰਗੋਰੀ ਫੜਨ ਵਾਲਾ ਨਹੀਂ, ਜਾਇਦਾਦ ਬੜੀ ਏ, ਆਪ ਜੀ ਦੀ ਕਿਰਪਾ ਨਾਲ ਇਸ ਇਲਾਕੇ ਦਾ ਰਾਜਾ, ਪਰ ਸਤਿਗੁਰੂ ਮੇਰੇ ਮਰ ਜਾਣ ਤੋਂ ਬਾਅਦ ਇਸ ਰਾਜ ਭਾਗ ਦਾ ਵਾਰਿਸ ਕੋਈ ਨਹੀਂ ਕੋਈ ਵੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਇਹ ਗੱਲ ਕਹਿੰਦਾ ਰਾਜਾ ਭੁੱਬਾ ਮਾਰ ਕੇ ਰੁਕਿਆ। ਤੇ ਗੁਰਦੇਵ ਪਾਤਸ਼ਾਹ ਮਹਾਰਾਜ ਉਸ ਵੇਲੇ ਆਪਣੇ ਹੱਥ ਦੇ ਵਿੱਚੋਂ ਲਾ ਕੇ ਇੱਕ ਅੰਗੂਠੀ ਉਹਨਾਂ ਦੇ ਕੋਲ ਏ, ਜਿਹਨੂੰ ਉਛਾਲ ਰਹੇ ਸਨ। ਸਤਿਗੁਰਾਂ ਨੇ ਰਾਜੇ ਰਾਮ ਰਾਏ ਤੇ ਖੁਸ਼ ਹੋ ਕੇ ਉਹ ਅੰਗੂਠੀ ਜਿਹੜੀ ਹੈ ਨਾ, ਉਹਦਾ ਸਿਰ ਫੜ ਕੇ ਤੇ ਉਹਦੇ ਮੱਥੇ ਦੇ ਨਾਲ ਟੱਚ ਕਰ ਦਿੱਤੀ। ਕਹਿੰਦੇ ਨੇ ਰਾਜਨ ਰੋ ਨਾ, ਤੇਰੇ ਘਰ ਪੁੱਤਰ ਪੈਦਾ ਹੋਵੇ।
और याद रखी ये निशानी जी असी तेरे मत्थे ते टच की है, ये निशान होगा जन्म समय उस पुत्र दे मत्थे दे उत्ते। जिवें जिवें वड्डा होवेगा तिवें तिवें वो निशान जिहड़ा चमकेगा, तिवें तिवें वो निशान सामने आएगा। जदों समा पा के राजे राम राय दे घर पुत्र होया ते राजा राम राय चढ़ाई कर गया। थोड़े समय बाद कुछ दिनों का पुत्र सी, राणी नूं हदायत कर गया, राणी ये पुत्र गुरु तेग बहादुर पातशाह महाराज की बख्शिश नाल मिलिया, ये उन्होंने कृपा की है। वो अपने घर में आए सन, मैं बेनती की सी ते उन्होंने आख्या सी पुत्र होवेगा ते पुत्र दे राजन केस जरूर रखी। राणी मैं ते इस फानी संसार तो कूच कर चलिया, पर तू ये बचन सतगुरु दे याद रखी, जदों पुत्र पैदा होवे उहनूं सिख बनावी। ओहदे मत्थे ते निशान है, ये निशान जिहड़ा बाद दे विच अपने आप गूढ़ा हुंदा जाएगा। समा पा के पुत्र जवान होया, एक दिन अपने केस हरे कर रहा सी शीशे दे सामने खलो के। अचानक इहदी नज़र गई भी इस मत्थे ते केसां दे बिल्कुल नाल एक काला जिहा निशान है। अपनी मां नूं कोल बुला के पुछदा, मां किते बचपन वेले मेरे मत्थे ते कोई सट लगी सी, आ निशान कादा है? मां ने आख्या पुत्र ऐसी कोई गल नहीं। कहन लगा नहीं मां मैनूं दस। जदों मां नूं पुछदा है ते मां एकदम अचानक रोण लग गई। मां दियां अखां दे विचों नीर शम शम डिगदा। पुछदा मां मैं ते तेनूं पुछदा सां भी बचपन वेले कोई सट लगी होगी, तू रोंदी क्यों है? कहंदी पुत्र रोनी इस करके आ, जिस दाते ने बख्शिशां कीतियां सन वो दुनिया लई अपनी जान वार गया ते हुण इस दुनिया ते है नहीं, शरीर करके। कहन लगा मां मैनूं कहानियां पा के ना दस, सीधे शब्दां विच दस। मां ने दस्सिया तेरे पिता ने गुरु तेग बहादुर पातशाह महाराज दे चरनां च बेनती कीती सी, उन्हां दी किरपा नाल बख्शिश नाल पुत्र तेरा जन्म होया। कहन लगा अच्छा मां उन्हां दी बख्शिश नाल जन्म होया, फिर एक बारी मैनूं उन्हां दे स्थान ते लैके चल। यही राजा रतन सिंह फिर आसाम दी धरती तो प्रसादी हाथी लैके होर कई चीज़ां पंचकला शस्त्र चन्नण दी चौंकी कीमती भेटावां लैके आनंदपुर साहब दी धरती ते आया सी। बेनती कर रहा सा ऐसे ने गुरु तेग बहादुर पातशाह महाराज किसी दियां अखां दे विच हंझू नहीं वेख सकदे। अज सतगुरु जी तुरे ने आनंदपुर साहब की धरती तो ते लोग सतगुरु जी के दुआले खलोते ने लाइना बन के। तुरदियां तुरदियां गुरदेव पातशाह महाराज जदों माता गुजर कौर जी दे कोल आए, उन्हां दे मोढे ते हथ रखिया, कहन लगे गुजरी मैं ते चलिया, पर हुण अगे समय बड़े करड़े ने, आउण वाले टाइम दे विच तू बहुत कुछ वेखना है, बड़ियां शहादतां देनियां ने अपने परिवार ने, ते याद रखी तगड़ी होके रवी, इस सारे अज़ार नूं जर जाई, भाणे दे विच रही। माता गुजरी जी ने हाथ जोड़ के बेनती की, सतगुरु परचा एडा वड्डा ते सिखाया कुछ भी नहीं। सतगुरु एडा वड्डा परचा पा चले हो, परचा ते ओहदा पैंदा जिन्हें पढ़ाई की होवे। गुरदेव पातशाह पहला कदी कुछ ऐसा सीन अपनी अखां नाल वेख्या ही नहीं। अचानक आप जी ने ऐसे वचन कर दिते ने भी आने वाले करड़े समय ने ते तू बहुत कुछ वेखना, मैं किवें वेखांगी। कहन लगे गुजरी तू सवाल भी उदों कीता है जदों जवाब देण दा मेरे को टाइम नहीं, पर फिर भी मैं जांदा जांदा तेरे सवाल का जवाब दे के जावांगा। याद रखी साडे शहीद हो जाण तो बाद मेरा सीस इत्थे आवेगा, ओनू वेख के तू अपने मन नू करड़ा कर लवीं, एक भी अथरू अपनियां अखां तो ना वगाई। जे तू इस सीन नू अपनियां अखां दे नाल वेख के बर्दाश्त कर गई ना, फिर आउण वाले टाइम दे विच तू घबराएगी। गुरदेव पातशाह महाराज जी ने अपने सुपुत्र लाडले धन गुरु गोबिंद राय जी नू सतगुरु जी ने छाती नाल लाया, बहुत सारा प्यार दे के असीस दे के गुरदेव पातशाह महाराज आनंदपुर साहब तो तुरे ने और औरंगजेब दे कोल पहुंच गए ने। मेरा समा भी बिल्कुल दिता होया टाइम जिहड़ा नेड़े आ गया, ते मैं 5-7 मिनटां दे विच चाहांगा भी आपां नेड़े आ जाइए। हुण शॉर्ट करके चलांगे। सतगुरु गुरु तेग बहादुर पातशाह महाराज दिल्ली की धरती ते पहुंच गए ने। औरंगजेब ने अज सतगुरु जी नूं अपने दरबार दे विच सद्दिया ते उस गद्दी ते भाया जिथे वो अपने मुरशद नूं पाउंदा सी। कोल बहा के कुछ गल्लां करदा, कहंदा महाराज वेखो
इन्हां काफरां तो तुसीं की लैणा? छड्डो महाराज जी जद्दो जिद, तुहानूं मैं कश्मीर दा गवर्नर बना देना। कश्मीर दे लोग सारे तुहाडा पानी भरनगे, जिथे कहो महाराज जिन्नी जमीन कहो जिन्नी जायदाद कहो वो सारी दे दियांगा। इस्लाम दे मन्ने पर मन्ने पीर जाने जाओगे, इस्लामी दुनिया तुहाडा पानी भरेगी। महाराज मेरी गल मनो, इन्हां काफरां दी गल छड्ड दिओ, इन्हां दा साथ छड्ड दिओ। ते धन गुरु तेग बहादुर पातशाह महाराज कहंदे ने गुरु दे घर दा इह सिद्धांत नहीं, बादशाह बाह जिन्हां दी पकड़ीए सिर दीजे बाह ना छोड़ीए। जिन्हां दा हाथ फड़ लीदा ना फिर हाथ छड्डीदा नहीं। इन्हां दे हक विच खलोते आ, इहदे बदले सानू जो कुछ भी करना पएगा असीं तैयार हां। बादशाह ने सतगुरु के सामने शर्तां रखियां ने, इस्लाम धर्म कबूल करो। सतगुरु जी मना कर देंगे। आखिरकार कहंदा फिर मरन लई तैयार हो जाओ। धन गुरु तेग बहादुर पातशाह महाराज कहंदे इसे करके आए आ, असीं ते घरों कह के आए आ, तू इस गल दी चिंता छड्ड। विद्वानां ने जिक्र किया भी जेल दे विच भाई मती दास, भाई सती दास, भाई दयाला जी जिहड़े गुरु साहब दे नाल गए ने, दो सिख होर ने, भाई उदय जी ते भाई रंगरेटा जी। बाबा गुरदित्ते दा जिक्र किया है ते भाई उदय जी। इन्हां नूं गुरदेव पातशाह महाराज ने पहलां ही अपने नालों हटा दिता सी। असीं तिन्ने इकट्ठे रवांगे, तुसीं बाकी दी सेवा संभालनी समय समय जो तुहाडे तो हो सके। इन्हां नूं सतगुरु जी ने अपने नालों वख रखिया, इह नाल नहीं। तिन्ने गुरु के सिख जेल दे विच ने ते गुरु तेग बहादुर पातशाह महाराज नूं पिंजरे दे विच पाया। वो पिंजरा इवें दा है भी जिहदे विच सतगुरु जी सीधे खलो भी नहीं सकदे। दुआले तिखे सूल ने ते ओहदे विच सतगुरु जी कुब्बे होके खलोते ने। भाई मती दास सवेर दा वेला है, गुरु तेग बहादुर पातशाह महाराज नूं कुछ कह रहा सी ते पहरे वाले ने सुनिया। ਉਹ ਕਹਿੰਦਾ ਸਤਿਗੁਰੂ जे किते एक वारी हुक्म दे दिओ ना, दिल्ली ते लाहौर दी इट नाल इट खड़का दिया। ये गल कदी साईं मियां मीर ने भी आखी सी लाहौर दी धरती ते। अज भाई मती दास इन्ना गुस्से दे विच आया, कहंदा सतिगुरू हुक्म दे देवे ना ते दिल्ली ते लाहौर दी इट नाल इट खड़का दिया। गुरदेव पातशाह महाराज कहंदे ने इन्नी ताकत कित्थों आई है? कहंदा सतिगुरू तुहाडा सीत प्रसाद छके। कहंदे कमाल दी बात है, सीत प्रसाद छक के एक समुंदर दे विचों चुड़ी भर के ते तू एडा वड्डा अपने आप विच दावे बन्नण लग गया भी मैं दिल्ली ते लाहौर दी इट नाल इट खड़का दियां। समुंदर विच कोई ताकत नहीं, एक चुड़ी इन्नी हिम्मत रखी बैठी है। कहण लगा सतगुरू मैनूं बख्श लिया दे। फिर निमरता दे घर विच आ गया। पर वो जिन्हें सुनिया सी ना उन्हें औरंगजेब नूं जाके कह दिता भी भाई मती दास इंज बोलदा सी, वो कह रहा सी मैं दिल्ली ते लाहौर दी इट नाल इट खड़का देंगा। औरंगजेब ने हुक्म कर दिता इनू हुणे बुलाओ। उन्होंने बुला के कहने लगे भी दस इस्लाम धर्म कबूल करना? कहंदे नहीं। कहंदे फिर? कहंदे जी मौत दा दंड दिता। कहंदे असीं आए ही शहीद होने वास्ते हैं। भाई मती दास जी नूं दोवां फट्टियां दे विच खड़ा करके जालमां ने लकड़ां गड्ढ के इवें दी तैयारी कीती है भी उन्हां नूं फट्टियां नूं बुलट पाए हुए ने। विच भाई मती दास नूं खड़ा करके बुलट कस के भी जिहड़ा हिल भी ना सके ते ओहदे सिर दे उत्तों दी आरा चलाउंदा। कहंदे ने लै भी सिखा तैयार हो जा, हुण तेरी कोई आखिरी ख्वाहिश है? कहंदे आखिरी ख्वाहिश क्यों नहीं, हरेक मनुख दी हुंदी, मेरी भी है। ते उस वेले काजी हस्या, कहंदा भी लगदा हुण ये इस्लाम धर्म नूं कबूल करेगा। कहंदा की है सिखा तेरी आखिरी ख्वाहिश? कहंदा आखिरी ख्वाहिश है भी गुरु तेग बहादुर पातशाह महाराज वाला पिंजरा जिहड़ा उहनूं बिल्कुल सामने रख दिओ, मैं उन्हां दे सामने शहीद होना चाहुंदा। भाई साहब की बेनती ते उन्हां दी आखिरी ख्वाहिश ते जालमां ने पिंजरा सामने रख दिता है। भाई मती दास जी दे सीस ते फिर आरा चलदा है ते एक गल कहंदे ने वेख जलादा चीर सीधा पाई। वो कहंदा तैनूं इस गल नाल की मतलब? चीर सीधा पावां जां टेढ़ा पावां, साडा ते मतलब है तैनूं शहीद करन नाल, पर तूं ये गल क्यों कहना? कहंदा मैं ये गल तां कहना मेरे शहीद हो जाण तो बाद मेरे शरीर दे दो टुकड़े होणगे, वो धरती ते डिगणगे, गुरु तेग बहादुर साहब कोल आउणगे, वो आण के वेखणगे, मैनूं पुछणगे मेरे शरीर नूं मती दासा मैं ते कोई कमी नहीं सी कीती पुत्रा तैनूं पढ़ाउण दे विच,
मैं ते सिक्खी देन लग्या कोई कमी नहीं सी, कोई फर्क नहीं सी रखिया। सिक्खी दा एक एक पूरना पा के तेनू पढ़ाया सी। पुत्र अज डोल गया ना, चीर टेढ़ा क्यों होया, तू हिल गया होवेगा। इस करके मैं चाहना चीर सीधा पाया जे, ताकि गुरु तेग बहादुर पातशाह महाराज आन के खुश होण भी है मती दास जिहड़ी मैं सिक्ख्या तेनू पढ़ाई सी, तू उहदे तो पूरा उतरिया, तू डोलिया नहीं। जलादा ने आरा चलाया, भाई मती दास जी के शरीर के दो फाड़ होए ने। जप बाणी दा गुरु का सिख पाठ कर रहा सी, मानो फिर रहिंदियां पौड़ियां इंज पढ़ियां जिवें पाठी सिंह श्लोक पढ़दे ने नौवें महले दे, दोवां पासियां तो आवाज़ां आउंदियां ने। इस तरीके नाल जप बाणी दा पाठ पूरा होया। भाई दयाले ने सारा कुछ वेख के एकदम आख्या सी, औरंगजेब तेरे राज दियां जड़ां पुट्टियां गईयां अज तूं। गुस्से विच आण के उन्हें आख्या, औरंगजेब तू बहुत जुल्म कीता है। गुरु के लाल दे शीश ते रख के आरा उन्हें लकड़ी वांगू चीरिया, अज तेरे राज दियां जड़ां पुट्टियां गईयां। ये गल आखी ना, औरंगजेब कहंदा इहनूं भी फड़ के लिया। मैं दसदा भी मेरे राज दियां जड़ां पुट्टियां गईयां ने जां तुहाडा हुण दुनिया तो राशन पानी खत्म हो गया। भाई दयाले नूं कहंदे ने वेख सामने, अपनियां अखां दे सामने जरा सीन लैके आओ। उबलदी दे के ਉਹਦੇ थले लकड़ां ਜਿਹੜੀਆਂ ने ਉਹ ਲਾਟਾਂ ਮਾਰਨੀਆਂ ਨੇ, बड़ी जोर दी अग बल रही है। ਵੱਡੇ ਵੱਡੇ ਕੋਲੇ लाल होए पे ने, देग थल्लों लाल है, पानी उबाले मार रहा। उबलदे पानी दे विच कहंदे ने भी सिखा बह जा। ते भाई दयाला गुरु तेग बहादुर पातशाह महाराज नूं बेनती करदा, सतगुरु कदी पंजवें जोत समय लाहौर दी धरती ते सतगुरु तू आप बैठा सी महाराज, उदों सिख कोल खलोता वेखदा सी, अज सिख बहन लग्या है, किरपा करी सतगुरु जिवें तू सहार गया सी ना, उवें सिख नूं भी शहन शक्ति बख्शी। महाराज इस उबलदी देग दे विच तेरे पाए हुए पूरनिया ते तुर सकां। मालक जी मैं डोला ना। गुरदेव पातशाह महाराज दे कोलों आशीर्वाद लैके आशीष लैके भाई दयाला आ गया है उस देग दे कोल। उबलती हुई देग दे विच गुरु का सिख बह गया है। जालमा ने उत्तों ढक्कन दे के एक भारा पत्थर रख दिता भी फिर किते बाहर ना निकल सके। उबलते पानी दे विच ढक्कन दे के तुसीं हुण आपे ही हिसाब ला लो भी किस तरीके नाल गुरु के सिख दी शहीदी हुई है। अज ते सिख घरां दे विच बैठे जमीनां जायदादां दे मालक हुंदियां कहंदे ने ना भी सिक्खी दी कोई गल नहीं, इहनूं किहड़ा अंब लगने ने। पर ध्यान दिओ, सिक्खी अज साडे सहारे ते नहीं, ये उन्हां दे सहारे ते जेड़े उबलदियां देगां विच बह गए, जेड़े शीश ते आरे चलवा गए। भाई दयाले नूं उबलदी देग विच बा के उत्तों जालमां ने ढक्कन दे दिता है ते फिर गुरु का लाल उबलदी देग दे विच उबाले खांदा होया शहीद हो गया। उहदी जिंदगी दा अंत हो गया। हुण भाई सती दास जी उन्हां दे शरीर नूं रूं लपेट के उत्तों दी एक रस्सी है, रूं लपेटी जा रहे ने, उत्तों दी रस्सी दे वल मारी जा रहे ने। आखिरकार पैरां वाले पासों उहनूं भी अग ला दित्ती। रूं दी अग एकदम मची, पैरां तो उतां तक चढ़ी, जदों मूंह नूं लगी ते भाई सती दास जी जिस पासे गुरु तेग बहादुर साहब सन उस पासे नूं मूंह भरने डिगे ने। मानो अखीर वेले उन्होंने गुरु तेग बहादुर पातशाह महाराज नूं नमस्कार कीती ते उन्हां दा भी शरीर जिहड़ा सी ओह सड़ के सुआह हो गया। इस तो बाद गुरु तेग बहादुर पातशाह महाराज दे कोल आए ने। सोचदा जालम भी शायद हुण किते इन्हां दे मन विच कोई फर्क आ गया होवेगा, कहदा अजे भी वेला है। गुरुदेव पातशाह महाराज कहंदे तू जिहड़ा जुल्म करना कर। आखिरकार गुरु तेग बहादुर पातशाह महाराज जी नूं दिल्ली दे चांदनी चौक विच दूसरे दिन शहीद किया जाना ते इह ढंडोरा पटवा दिता ताकि सारी दुनिया नूं पता लग सके भी जिहड़ा सरकार दा बागी हुंदा उहदा हाल की हुंदा है। गुरु तेग बहादुर पातशाह महाराज नूं शरेआम चांदनी चौक दे विच जलाद ने जलालुद्दीन ने तलवार दे वार दे नाल शहीद कर दिता। आओ हुण अगला प्रश्न आप जी मेरे सत्कारयोग वीर ढाडी जथा आप जी की सेवा विच हाजिर है, उन्हां कोलों अगला प्रश्न सुनोगे। गुरदेव पातशाह महाराज दे पावन इतिहास की विचार करदिआं बेअंत भुल्लां होईआं ने, भुल्लां मेरियां ने, सिद्धांत मेरे गुरु दा पल्ले बन के जाना ताकि साडा जीवन सफला हो सके। अखीर विच हथ जोड़ के बेनती है भी केस रखो सिंह सजो
ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਲਓ। ਗੁਰਦੇਵ ਪਾਤਸ਼ਾਹ ਮਹਾਰਾਜ ਦੇ ਬਚਨ ਪੜ੍ਹਦੇ ਹੋ ਨਾ, ਕਲਗੀ ਵਾਲੇ ਗੁਰਾਂ ਦੀਆਂ ਖੁਸ਼ੀਆਂ ਦੇ ਲੈਣੀਆਂ, ਖੰਡੇ ਵਾਲਾ ਅੰਮ੍ਰਿਤ ਪੀ। ਭਾਈ ਇਹਨਾਂ ਕੇਸਾਂ ਬਦਲੇ ਸਿੱਖੀ ਬਦਲੇ, ਉਹ ਗੁਰੂ ਕੇ ਦੂਲਿਆਂ ਨੇ ਸ਼ਹੀਦੀਆਂ ਪਾਈਆਂ ਨੇ। ਤੇ ਹੱਥ ਜੋੜ ਬੇਨਤੀ, ਇਸ ਪਾਸੇ ਧਿਆਨ ਦਿਓ। ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ, ਜਿਵੇਂ ਵੀਰ ਜੀ ਕੋਸ਼ਿਸ਼ ਕਰ ਰਹੇ ਨੇ ਕੀਰਤਨ ਸਿਖਾਉਣ ਦੀ, ਇਹਨਾਂ ਨੂੰ ਪੜ੍ਹਾਓ, ਗੁਰਮੁਖੀ ਪੜ੍ਹਾਓ ਤੇ ਇਹਨਾਂ ਨੂੰ ਗੁਰੂ ਕੇ ਸਿੰਘ ਸਜਾਓ, ਤਾਂ ਕਿ ਇਹ ਸਿੱਖੀ ਸਤਿਗੁਰੂ ਜੀ ਨੇ ਜਿਹੜੀ ਬਣਾਈ ਸੀ, ਜਿਹੜਾ ਬੀਜ ਧਰਤੀ 'ਚ ਪਾਇਆ ਸੀ, ਸਦਾ ਲਈ ਪ੍ਰਫੁੱਲਤ ਰਵੇ। ਆਓ ਹੁਣ ਬਹੁਤਾ ਸਮਾਂ ਨਾ ਲੈਂਦਾ ਹੋਇਆ ਤੁਹਾਡੇ ਤੋਂ ਖਿਮਾ ਮੰਗਦਾ, ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।